ਦਸ਼ਮੇਸ਼ ਪਿਤਾ ਸਰਬੰਸ ਦਾਨੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਚਾਰੀ ਹੋਈ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਗਦਾਦ ਦੀ ਧਰਤੀ ਤੇ ਦਸਤਗੀਰ ਪੀਰ ਜਿਹੜਾ ਸਮਾਂ ਦਾ ਬਾਦਸ਼ਾਹ ਸੀ, ਅਸ਼ਾਂਤ ਸੀ, ਕਿਉਂਕਿ ਉਹਦੇ ਮਨ ਦੇ ਅੰਦਰ 3 ਸਵਾਲ ਸਨ ਜਿਹਦਾ ਜਵਾਬ ਉਸਨੂੰ ਕੋਈ ਪੀਰ ਨਹੀਂ ਦੇ ਰੱਖਿਆ ਸੀ, ਜਿਸ ਕਰਕੇ ਉਸਦੀ ਰਾਣੀ, ਉਸਦੀ ਪ੍ਰਜਾ ਸਭ ਬੇਚੈਨ ਸਨ ਕਿ ਐਸਾ ਕਿਹੜਾ ਪੀਰ ਹੋਏਗਾ ਜਿਹੜਾ ਸਾਡੇ ਰਾਜੇ ਨੂੰ, ਦਸਤਗੀਰ ਪੀਰ ਨੂੰ ਸ਼ਾਂਤ ਕਰੇਗਾ, ਉਹਦੇ ਸਵਾਲਾਂ ਦੇ ਜਵਾਬ ਦੇਗਾ। ਜਦ ਬਗਦਾਦ ਦੀ ਧਰਤੀ ਤੇ ਧੰਨ ਗੁਰੂ ਨਾਨਕ ਦੇਵ ਜੀ ਪੁੱਜੇ ਤਾਂ ਉਹਨਾਂ ਦਾ ਨੂਰੀ ਰੂਪ ਵੇਖ ਕੇ ਪ੍ਰਜਾ ਨੇ 2 ਹੱਥ ਜੋੜ ਕੇ ਬੇਨਤੀ ਕੀਤੀ ਕਿ ਕਿਰਪਾ ਕਰੋ ਤੇ ਸਾਡੇ ਬਾਦਸ਼ਾਹ ਦਸਤਗੀਰ ਪੀਰ ਕੋਲ ਆਓ, ਉਸਦੇ 3 ਸਵਾਲਾਂ ਦੇ ਜਵਾਬ ਦਿਓ ਤਾਂ ਕਿ ਉਹਦੀ ਆਤਮਾ ਸ਼ਾਂਤ ਹੋ ਜਾਵੇ ਤੇ ਉਹ ਪ੍ਰਸੰਨ ਹੋ ਜਾਵੇ, ਅਸੀਂ ਸਾਰੇ ਹੀ ਪ੍ਰਸੰਨ ਹੋ ਜਾਈਏ। ਧੰਨ ਗੁਰੂ ਨਾਨਕ ਦੇਵ ਜੀ ਜਦ ਦਸਤਗੀਰ ਪੀਰ ਬਾਦਸ਼ਾਹ ਕੋਲ ਪੁੱਜੇ ਤੇ ਦਸਤਗੀਰ ਪੀਰ ਬਾਦਸ਼ਾਹ ਆਖਣ ਲਗਾ ਕਿ ਤੁਹਾਡਾ ਨੂਰੀ ਚਿਹਰਾ ਵੇਖ ਕੇ ਤੇ ਇਦਾਂ ਜਾਪਦਾ ਹੈ ਕਿ ਤੁਸੀਂ ਪੀਰ ਹੋ, ਪਰ ਮੈਂ ਤੁਹਾਨੂੰ ਪੀਰ ਤਦ ਮੰਨਾਂਗਾ, ਮੈਂ ਤੁਹਾਡਾ ਮੁਰਸ਼ਿਦ ਤਦ ਬਣਾਂਗਾ ਜਦ ਤੁਸੀਂ ਮੇਰੇ ਅੰਦਰ ਦੇ 3 ਸਵਾਲਾਂ ਦੇ ਜਵਾਬ ਦਿਓਗੇ। ਤਾਂ ਧੰਨ ਗੁਰੂ ਨਾਨਕ ਦੇਵ ਜੀ ਆਖਣ ਲਗੇ ਕਿ ਦੱਸੋ ਤੁਹਾਡੇ ਕਿਹੜੇ ਸਵਾਲ ਹਨ। ਤੇ ਦਸਤਗੀਰ ਪੀਰ ਆਖਣ ਲਗਾ ਕਿ ਮੇਰਾ ਪਹਿਲਾ ਸਵਾਲ ਹੈ ਕਿ ਰੱਬ ਤੋਂ ਪਹਿਲਾਂ ਕੌਣ ਸੀ। ਮੇਰਾ ਦੂਜਾ ਸਵਾਲ ਹੈ ਕਿ ਰੱਬ ਹੈ ਤੇ ਫਿਰ ਦਿਸਦਾ ਕਿਉਂ ਨਹੀਂ। ਔਰ ਮੇਰਾ ਤੀਜਾ ਸਵਾਲ ਹੈ ਕਿ ਰੱਬ ਹੈ ਤੇ ਫਿਰ ਕਰਦਾ ਕੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮੁਸਕਰਾਏ ਤੇ ਆਖਣ ਲਗੇ ਠੀਕ ਹੈ, ਅਸੀਂ ਤੁਹਾਡੇ ਤਿੰਨੋਂ ਸਵਾਲਾਂ ਦੇ ਜਵਾਬ ਦੇਵਾਂਗੇ, ਪਰ ਸਭ ਤੋਂ ਪਹਿਲਾਂ 1 ਥਾਲ ਮੋਹਰਾਂ ਦਾ ਮੰਗਾ ਲਓ। ਦਸਤਗੀਰ ਦੇ ਮਨ ਦੇ ਵਿੱਚ ਆਇਆ ਕਿ ਅਜੇ ਤੇ ਸਵਾਲਾਂ ਦੇ ਜਵਾਬ ਹੀ ਨਹੀਂ ਦਿੱਤੇ, ਅਜੇ ਮੇਰਾ ਪੀਰ ਵੀ ਨਹੀਂ ਬਣਿਆ, ਅਜੇ ਮੈਂ ਇਹਨਾਂ ਦਾ ਮੁਰਸ਼ਿਦ ਹੀ ਨਹੀਂ ਬਣਿਆ ਤੇ ਪਹਿਲਾਂ ਹੀ ਥਾਲ ਮੋਹਰਾਂ ਦਾ। ਪਰ ਫਿਰ ਕਿਉਂਕਿ ਕਾਫੀ ਸਮਾਂ ਤੋਂ ਚਿਰ ਤੋਂ ਅਸ਼ਾਂਤ ਸੀ, ਇਹ ਸੋਚਣ ਲੱਗਿਆ ਕਿ ਇਹ ਪੀਰ ਹਨ, ਇਹਨਾਂ ਦਾ ਚਿਹਰੇ ਤੇ ਨੂਰੀ ਰੂਪ ਲਿਸ਼ਕਾਰੇ ਮਾਰ ਰਿਹਾ ਹੈ, ਹੋ ਸਕਦਾ ਹੈ ਇਹ ਮੇਰੇ ਸਵਾਲਾਂ ਦੇ ਜਵਾਬ ਦੇਣ ਵਿੱਚ ਸਮਰਥ ਹੋਣ, ਇਸ ਕਰਕੇ ਆਪਣੇ ਅਲੰਕਾਰ ਕੋਲੋਂ 1 ਥਾਲ ਮੋਹਰਾਂ ਦਾ ਮੰਗਾ ਲਿਆ। ਧੰਨ ਗੁਰੂ ਨਾਨਕ ਦੇਵ ਜੀ ਆਖਣ ਲਗੇ ਕਿ ਪੀਰ ਜੀ ਹੁਣ ਇਸ ਨੂੰ ਗਿਣੋ। ਜਦੋਂ ਦਸਤਗੀਰ ਪੀਰ ਨੇ ਮੋਹਰਾਂ ਗਿਣਨੀਆਂ ਸ਼ੁਰੂ ਕੀਤੀਆਂ ਤਾਂ ਕਹਿ 1 ਮੋਹਰ ਚੁੱਕ ਕੇ ਗਿਣਨ ਲੱਗਿਆ, 1 2 3 4 5। ਧੰਨ ਗੁਰੂ ਨਾਨਕ ਦੇਵ ਜੀ ਨੇ ਕਿਹਾ ਰੁਕ, ਗਲਤ ਗਿਣ ਰਿਹਾ ਹੈ, ਦੁਬਾਰਾ ਗਿਣ। ਦਸਤਗੀਰ ਪੀਰ ਨੇ ਫਿਰ ਗਿਣਨਾ ਸ਼ੁਰੂ ਕੀਤਾ, 1 2 3। ਗੁਰੂ ਨਾਨਕ ਦੇਵ ਜੀ ਕਹਿਣ ਲਗੇ ਰੁਕੋ, ਅਜੇ ਵੀ ਗਲਤ ਹੈ, ਦੁਬਾਰਾ ਗਿਣੋ। ਦਸਤਗੀਰ ਪੀਰ ਨੇ ਦੁਬਾਰਾ ਸ਼ੁਰੂ ਕੀਤੀਆਂ, ਗਿਣਨ ਲੱਗਿਆ 1। ਧੰਨ ਗੁਰੂ ਨਾਨਕ ਦੇਵ ਜੀ ਆਖਣ ਲਗੇ ਰੁਕੋ, 1 ਤੋਂ ਪਹਿਲਾਂ ਤੇ ਗਿਣੋ। ਤੇ ਦਸਤਗੀਰ ਪੀਰ ਆਖਣ ਲਗਾ ਪੀਰ ਜੀ ਕੀ ਹੋਇਆ ਜੇ, 1 ਤੋਂ ਪਹਿਲਾਂ ਕੀ ਹੈ। ਤੇ ਧੰਨ ਗੁਰੂ ਨਾਨਕ ਦੇਵ ਜੀ ਆਖਣ ਲੱਗੇ ਇਸੇ ਤਰ੍ਹਾਂ ਹੀ ਰੱਬ ਤੋਂ ਪਹਿਲਾਂ ਕੁਝ ਨਹੀਂ ਹੈ, ਰੱਬ ਹੀ ਇੱਕ ਹੈ। ਤੇ ਫਿਰ ਦਸਤਗੀਰ ਪੀਰ ਆਖਣ ਲਗਾ ਠੀਕ ਹੈ, ਮੈਨੂੰ ਮੇਰੇ ਦੂਜੇ ਸਵਾਲ ਦਾ ਜਵਾਬ ਦਿਓ ਕਿ ਜੇ ਰੱਬ ਹੈ ਤੇ ਫਿਰ ਦਿਸਦਾ ਕਿਉਂ ਨਹੀਂ। ਧੰਨ ਗੁਰੂ ਨਾਨਕ ਦੇਵ ਜੀ ਆਖਣ ਲਗੇ 1 ਕਟੋਰਾ ਦੁੱਧ ਦਾ ਮੰਗਾਓ। ਦਸਤਗੀਰ ਪੀਰ ਨੇ 1 ਕਟੋਰਾ ਦੁੱਧ ਦਾ ਮੰਗਾਇਆ ਤੇ ਧੰਨ ਗੁਰੂ ਨਾਨਕ ਦੇਵ ਜੀ ਆਖਣ ਲਗੇ ਕਿ ਦਸਤਗੀਰ ਪੀਰ ਜੀ ਇਸ ਦੁੱਧ ਦੇ ਵਿੱਚ ਘਿਓ ਹੈ। ਤੇ ਦਸਤਗੀਰ ਪੀਰ ਆਖਣ ਲਗਾ ਹਾਂਜੀ। ਤੇ ਧੰਨ ਗੁਰੂ ਨਾਨਕ ਦੇਵ ਜੀ ਮੁਸਕਰਾ ਕੇ ਆਖਣ ਲਗੇ ਫਿਰ ਘਿਓ ਹੈ ਤੇ ਇਹਦੇ ਵਿੱਚੋਂ ਦਿਸਦਾ ਕਿਉਂ ਨਹੀਂ। ਦਸਤਗੀਰ ਪੀਰ ਆਖਣ ਲਗਾ ਕੀ ਗੱਲ ਕਰਦੇ ਹੋ, ਘਿਓ ਐਦਾਂ ਥੋੜਾ ਦਿਸੇਗਾ, ਦੁੱਧ ਵਿੱਚੋਂ ਘਿਓ ਨੂੰ ਕੱਢਣ ਦੇ ਲਈ ਪਹਿਲਾਂ ਯੁਗਤੀ ਕਰਨੀ ਪੈਂਦੀ ਹੈ, ਦੁੱਧ ਨੂੰ ਕਾੜਨਾ ਪੈਂਦਾ ਹੈ, ਫਿਰ ਜਮਾਣਾ ਪੈਂਦਾ ਹੈ, ਫਿਰ ਰਿੜਕਣਾ ਪੈਂਦਾ ਹੈ, ਉਹਦੇ ਵਿੱਚੋਂ ਮੱਖਣ ਨਿਕਲਦਾ ਹੈ, ਉਸਨੂੰ ਤਪਾਣਾ ਪੈਂਦਾ ਹੈ ਤੇ ਫਿਰ ਘਿਓ ਬਣਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮੁਸਕਰਾ ਕੇ ਆਖਣ ਲਗੇ ਕਿ ਦਸਤਗੀਰ ਪੀਰ ਇਸੇ ਤਰ੍ਹਾਂ ਹੀ ਰੱਬ ਨੂੰ ਵੇਖਣ ਲਈ ਵੀ ਪਹਿਲਾਂ ਜੁਗਤ ਕਰਨੀ ਪੈਂਦੀ ਹੈ, ਪਹਿਲਾਂ ਸੇਵਾ ਕਰਨੀ ਪੈਂਦੀ ਹੈ, ਸਾਧਨਾ ਕਰਨੀ ਪੈਂਦੀ ਹੈ, ਸਿਮਰਨ ਕਰਨਾ ਪੈਂਦਾ ਹੈ, ਨਾਮ ਜਪਣਾ ਪੈਂਦਾ ਹੈ। ਉਸ ਜੁਗਤੀ ਦੇ ਨਾਲ ਹੀ ਫਿਰ ਇਹ ਸੱਚਾ ਪਾਤਸ਼ਾਹ, ਇਹ ਪਰਮ ਪਿਤਾ ਪਰਮਾਤਮਾ ਨਜ਼ਰ ਆਉਂਦੇ ਹਨ। ਤੇ ਦਸਤਗੀਰ ਪੀਰ ਆਖਣ ਲਗਾ ਠੀਕ ਹੈ, ਫਿਰ ਮੇਰੇ ਤੀਜੇ ਸਵਾਲ ਦਾ ਜਵਾਬ ਦਿਓ ਕਿ ਪਰਮਾਤਮਾ ਕਰਦਾ ਕੀ ਹੈ। ਧੰਨ ਗੁਰੂ ਨਾਨਕ ਦੇਵ ਜੀ ਆਖਣ ਲਗੇ
कि दस्तगिर पीर जी ਇਹ ਕਿਹੜੀ ਮਰਿਆਦਾ ਹੈ। ਤੁਸੀਂ ਮੇਰੇ ਕੋਲੋਂ ਸਵਾਲ ਪੁੱਛਣ ਵਾਲੇ ਹੋ ਤੇ ਮੈਂ ਤੁਹਾਨੂੰ ਉੱਤਰ ਦੇਣ ਵਾਲਾ ਹਾਂ, ਇਸ ਲਈ ਤੁਸੀਂ ਮੇਰੇ ਸ਼ਿਸ਼ ਹੋਏ ਔਰ ਮੈਂ ਤੁਹਾਡਾ ਗੁਰੂ ਹੋਇਆ। ਤੇ ਫਿਰ ਇਹ ਦੱਸੋ ਇਹ ਕਿਹੜੀ ਮਰਿਆਦਾ ਹੈ ਕਿ ਸ਼ਿਸ਼ ਉੱਚਾ ਬੈਠਾ ਹੋਵੇ ਤੇ ਗੁਰੂ ਹੇਠਾਂ ਬੈਠਾ ਹੋਵੇ। ਇਹ ਸੁਣ ਕੇ ਦਸਤਗੀਰ ਪੀਰ ਆਪਣੇ ਆਸਣ ਤੋਂ ਉੱਠ ਕੇ ਉਸ ਥਾਂ ਤੇ ਆ ਗਿਆ ਜਿੱਥੇ ਧੰਨ ਗੁਰੂ ਨਾਨਕ ਦੇਵ ਜੀ ਬੈਠੇ ਸਨ ਤੇ ਆਖਣ ਲਗਾ, ਹੁਣ ਤੁਸੀਂ ਜਾਓ ਉੱਪਰ ਮੇਰੇ ਆਸਣ ਤੇ ਬੈਠੋ। ਧੰਨ ਗੁਰੂ ਨਾਨਕ ਦੇਵ ਜੀ ਜਾ ਕੇ ਦਸਤਗੀਰ ਪੀਰ ਦੇ ਆਸਣ ਤੇ ਬੈਠ ਗਏ। ਤੇ ਫਿਰ ਦਸਤਗੀਰ ਪੀਰ ਵੇਖਦਾ ਹੈ, ਪੁੱਛਦਾ ਹੈ, ਹੁਣ ਦੱਸੋ ਕਿ ਰੱਬ ਕੀ ਕਰਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮੁਸਕਰਾਏ ਤੇ ਆਖਣ ਲੱਗੇ, ਇਹ ਰੱਬ, ਇਹ ਪਰਮ ਪਿਤਾ ਪਰਮਾਤਮਾ ਇਹੀ ਕਰਦਾ ਹੈ, ਇੱਕ ਪਲ ਦੇ ਵਿੱਚ ਰੰਕ ਬਣਾ ਦੇਵੇ ਤੇ ਦੂਜੇ ਪਲ ਦੇ ਵਿੱਚ ਰਾਜਾ ਬਣਾ ਦੇਵੇ। ਦੇਖੋ, ਇੱਕ ਪਲ ਪਹਿਲਾਂ ਤੁਸੀਂ ਬੈਠੇ ਸੋ ਗੱਦੀ ਤੇ ਆਸਣ ਤੇ, ਤੁਸੀਂ ਰਾਜਾ ਸੀ ਤੇ ਮੈਂ ਹੇਠਾਂ ਬੈਠਾ ਸੀ, ਮੈਂ ਰੰਕ ਸੀ, ਔਰ ਇੱਕ ਪਲ ਦੇ ਵਿੱਚ ਹੀ ਹੁਣ ਮੈਂ ਰਾਜਾ ਬਣ ਗਿਆ, ਮੈਂ ਤੁਹਾਡੇ ਆਸਣ ਤੇ ਬੈਠ ਗਿਆ ਔਰ ਤੁਸੀਂ ਹੇਠਾਂ ਬੈਠ ਗਏ, ਰੰਕ ਬਣ ਗਏ। ਬਸ ਇਹੀ ਰੱਬ ਕਰਦਾ ਹੈ। ਇਹ ਸੁਣ ਕੇ ਦਸਤਗੀਰ ਪੀਰ ਧੰਨ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਡਿੱਗ ਗਿਆ ਤੇ ਆਖਣ ਲੱਗਾ, ਅੱਜ ਤੋਂ ਤੁਸੀਂ ਮੇਰੇ ਪੀਰ ਤੇ ਮੈਂ ਤੁਹਾਡਾ ਮੁਰਸ਼ਿਦ, ਕਿਉਂਕਿ ਤੁਸੀਂ ਮੈਨੂੰ ਸੋਝੀ ਦਿੱਤੀ ਹੈ। ਤੇ ਇਹੀ ਅਸੀਂ ਸਿੱਖਿਆ ਲੈਣੀ ਹੈ। ਭਾਵ ਇਹ ਹੈ ਕਿ ਉਸ ਰੱਬ ਨੂੰ ਪਾਉਣ ਦੇ ਲਈ, ਉਸ ਦੇ ਲਈ ਸਾਨੂੰ ਵੀ ਜੁਗਤ ਕਰਨੀ ਪੈਂਦੀ ਹੈ। ਉਹ ਜੁਗਤ ਤਦੋਂ ਹੋਏਗੀ ਜਦੋਂ ਅਸੀਂ ਨਾਮ ਜਪਾਂਗੇ, ਸੇਵਾ ਕਰਾਂਗੇ, ਪ੍ਰਭੂ ਦੀ ਉਸਤਤ ਕਰਾਂਗੇ। ਪਰ ਕਿਦਾਂ ਕਰਾਂਗੇ? ਜੋ ਸਾਨੂੰ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਪ੍ਰਭੂ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚਿਤ। ਇੱਕ ਚਿੱਤ ਹੋ ਕੇ, ਮਨ ਇੱਕ ਮਨ ਨਾਲ ਹੋ ਕੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।